ਮਾਨ ਸਾਹਿਬ ਪਿਛਲੀ ਚੋਣ ਅਜੇ ਹੁਣ ਹੋ ਕੇ ਹਟੀ ਔਰ ਤੁਰੰਤ ਅਗਲੀ ਚੋਣ ਵਾਸਤੇ ਤੁਸੀਂ ਤਿਆਰੀ ਖਿੱਚ ਲਈ ਹੈ। ਫਿਰ ਸਾਡਾ ਕੰਮ ਤਾਂ ਹੈਗਾ ਲੜਨ ਦਾ। ਜਰਨੈਲ ਕਹਿੰਦਾ ਸਿਪਾਹੀਆ ਤੂੰ ਲੜੇਗਾ, ਤੇ ਸਿਪਾਹੀ ਕਹਿੰਦਾ ਜਨਾਬ ਹੋਰ ਮੇਰਾ ਕੰਮ ਕੀ ਹੈ। ਸੋ ਮੇਰਾ ਮਤਲਬ ਹੈ ਜਦੋਂ ਵੀ ਜੰਗ ਲੱਗੂਗੀ ਤੇ ਜਦੋਂ ਸਾਡਾ ਕੰਮ ਹੀ ਇਹ ਹੈ ਤਾਂ ਫਿਰ ਲੜਨਾ ਤਾਂ ਪਊਗਾ। ਮਾਨ ਸਾਹਿਬ ਵਾਸਤੇ ਜਿੱਤ ਹਾਰ ਮੈਟਰ ਕਰਦੀ ਹੈ? ਮੇਰੇ ਲਈ ਨਹੀਂ ਕਰਦੀ, ਕਿਉਂ ਕਰਕੇ ਮੇਰੇ ਕੋਲ ਇੱਕ ਸੋਚ ਹੈ। ਮੈਨੂੰ ਨਹੀਂ ਫਰਕ ਪੈਂਦਾ ਜਿੱਤ ਹਾਰ ਦਾ। ਮਾਨ ਸਾਹਿਬ ਸਰਕਾਰ ਕਹਿੰਦੀ ਕਿ ਅਸੀਂ ਪ੍ਰੂਵ ਕਰ ਚੁੱਕੇ ਹਾਂ ਕਿ ਇਹ ਹੈਕ ਨਹੀਂ ਹੋ ਸਕਦੀ। ਤੁਹਾਨੂੰ ਲੱਗਦਾ ਤੁਹਾਡੀ ਚੋਣ 'ਚ EVM 'ਚ ਕੋਈ ਗੜਬੜ ਹੋਈ ਜਾਂ ਮਸ਼ੀਨਸ ਰਿਪਲੇਸ ਹੋਈਆਂ ਜਾਂ ਹੈਕ ਕਰ ਲਈ ਗਈ? ਜਿਹੜੀ EVM ਮਸ਼ੀਨ ਹੈ ਇਹ BJP RSS ਤੇ ਕੱਟੜਵਾਦੀਆਂ ਦੇ ਹੱਥ ਦੇ ਵਿੱਚ ਹੈਗੀ ਹੈ, ਤੇ ਇਹਦੇ ਕਰਕੇ ਮੈਂ ਹਾਰਿਆ। ਇਹ ਤਾਂ ਫਿਰ EVM ਦੇ ਰਾਹੀਂ ਹੋਈ ਹੈ, ਹੋਰ ਮੇਰੀ ਹਾਰ ਹੋ ਨਹੀਂ ਸੀ ਸਕਦੀ। ਮਾਨ ਸਾਹਿਬ ਪਿਛਲੀ ਚੋਣ ਅਜੇ ਹੁਣ ਹੋ ਕੇ ਹਟੀ ਔਰ ਤੁਰੰਤ ਅਗਲੀ ਚੋਣ ਵਾਸਤੇ ਤੁਸੀਂ ਤਿਆਰੀ ਖਿੱਚ ਲਈ ਹੈ। ਫਿਰ ਸਾਡਾ ਕੰਮ ਤਾਂ ਹੈਗਾ ਲੜਨ ਦਾ। ਜਰਨੈਲ ਕਹਿੰਦਾ ਸਿਪਾਹੀਆ ਤੂੰ ਲੜੇਗਾ, ਤੇ ਸਿਪਾਹੀ ਕਹਿੰਦਾ ਜਨਾਬ ਹੋਰ ਮੇਰਾ ਕੰਮ ਕੀ ਹੈ। ਸੋ ਮੇਰਾ ਮਤਲਬ ਹੈ ਜਦੋਂ ਵੀ ਜੰਗ ਲੱਗੂਗੀ ਤੇ ਜਦੋਂ ਸਾਡਾ ਕੰਮ ਹੀ ਇਹ ਹੈ ਤਾਂ ਫਿਰ ਲੜਨਾ ਤਾਂ ਪਊਗਾ। ਮਾਨ ਸਾਹਿਬ ਵਾਸਤੇ ਜਿੱਤ ਹਾਰ ਮੈਟਰ ਕਰਦੀ ਹੈ? ਮੇਰੇ ਲਈ ਨਹੀਂ ਕਰਦੀ, ਕਿਉਂ ਕਰਕੇ ਮੇਰੇ ਕੋਲ ਇੱਕ ਸੋਚ ਹੈ ਤੇ ਆਈਡੀਓਲੋਜੀ ਹੈ। ਉਹਦੇ ਵਿੱਚ ਮੈਨੂੰ ਨਹੀਂ ਫਰਕ ਪੈਂਦਾ ਜਿੱਤ ਹਾਰ ਦਾ, ਕਿਉਂ ਕਰਕੇ ਜਿਹੜੀ ਆਈਡੀਓਲੋਜੀ ਤੇ ਸੋਚ ਹੈ ਉਹ ਫੈਲਦੀ ਜਾਂਦੀ ਹੈ ਕਿ ਅਸੀਂ ਕਾਹਦੇ ਲਈ ਕਰ ਰਹੇ ਹਾਂ, ਕਾਹਦੇ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਸ਼ਹਾਦਤ ਦਿੱਤੀ ਹੈ, ਤੇ ਉਹਨਾਂ ਦੇ ਕਿਹੜੇ ਅੰਤਮ ਸ਼ਬਦ ਸੀਗੇ ਕਿ ਜਦੋਂ ਇੰਡੀਆ ਨੇ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਤੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਹੁਣ ਸਾਡੇ ਗੁਰੂਆਂ ਦਾ ਵੀ ਇਹੀ ਨਿਸ਼ਾਨਾ ਸੀ ਕਿ ਸਿੱਖ ਇੱਕ ਕੌਮ ਵੀ ਹੈ ਤੇ ਇੱਕ ਅਲੱਗਾ ਮਜ਼ਹਬ ਵੀ ਹੈ। ਤੇ ਜੇ ਕੌਮ ਹੈ ਤਾਂ ਕੌਮ ਦਾ ਘਰ ਤਾਂ ਵੱਖਰਾ ਹੋਣਾ ਚਾਹੀਦਾ ਹੈ, ਜਿਵੇਂ ਮੁਸਲਮਾਨਾਂ ਦਾ ਪਾਕਿਸਤਾਨ ਹੈ, ਹਿੰਦੂਆਂ ਦਾ ਇੰਡੀਆ ਹੈਗਾ। ਇਸੇ ਤਰ੍ਹਾਂ ਇਹ ਗੱਲ ਬਣਦੀ ਰਹੀ ਹੈ ਤੇ ਇਤਿਹਾਸ ਦੇ ਵਿੱਚ ਵੀ ਇਹ ਆਇਆ। ਤੇ ਜਿਹੜਾ ਇੰਡੀਪੈਂਡੈਂਸ ਸਟਰਗਲ ਸੀਗਾ ਉਹਦੇ ਵਿੱਚ ਵੀ ਗੱਲ ਰੱਖੀ ਗਈ ਸੀਗੀ ਕਿ ਸਿੱਖਾਂ ਦਾ ਅਲੱਗਾ ਖਿੱਤਾ ਹੋਣਾ ਚਾਹੀਦਾ। ਸੋ ਇਹ ਸੋਚ ਨੂੰ ਲੈ ਕੇ ਅਸੀਂ ਲੜਦੇ ਹਾਂ, ਕੰਮ ਕਰਦੇ ਹਾਂ, ਜਾਂਦੇ ਹਾਂ, ਆਉਂਦੇ ਹਾਂ। ਤੇ ਸਾਨੂੰ ਦੀਪ ਸਿੰਘ ਸਿੱਧੂ ਦੀ ਬਹੁਤ ਇਮਦਾਦ ਮਿਲ ਗਈ ਸੀ ਜਦੋਂ ਉਹ ਵੀ ਇਸੇ ਲੀਹ 'ਤੇ ਆ ਗਏ ਸੀਗੇ। ਤਾਂ ਫਿਰ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਵਾਕਿਆ ਸੋਚਿਆ ਕਿ ਇਹ ਸੋਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਠੀਕ ਹੈ। ਸੋ ਫਰਕ ਨਹੀਂ ਮੈਨੂੰ ਪੈਂਦਾ ਜਿੱਤ ਦਾ ਹਾਰ ਦਾ, ਕਿਉਂ ਕਰਕੇ ਜਿੱਤ ਹਮੇਸ਼ਾ ਸਾਡੀ ਸੋਚ ਖਾਲਿਸਤਾਨ ਦੀ ਹੁੰਦੀ ਹੈ। ਪਿਛਲੀ ਚੋਣ ਦਾ ਤੁਹਾਡੇ ਤੇ ਕੀ ਅਸਰ ਹੋਇਆ? ਅਮਰਗੜ੍ਹ ਦੇ ਵਿੱਚ ਇੰਨਾ ਵੋਟ ਤੁਹਾਨੂੰ ਪਿਆ ਲੇਕਿਨ ਫਿਰ ਵੀ ਤੁਸੀਂ ਚੋਣ ਹਾਰ ਜਾਂਦੇ ਹੋ। ਇੱਕ ਸਮੇਂ ਤੇ ਲੱਗਿਆ ਜਿਹੜੇ ਖਾਸ ਤੌਰ ਤੇ ਮੀਡੀਆ ਐਨਾਲਿਸਟ ਸੀ ਉਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਸ਼ਾਇਦ ਤੁਸੀਂ ਇਸ ਵਾਰੇ ਚੋਣ ਜਿੱਤ ਜਾਓਗੇ। ਤੁਹਾਡੇ ਤੇ ਅਸਰ ਕੀ ਹੋਇਆ ਜੀ? ਮੈਂ ਜਿੱਤ ਗਿਆ ਸੀਗਾ। ਜਿਹੜੇ ਬੈਲਟ ਪੇਪਰਸ ਆਏ ਸੀਗੇ ਉਹਦੇ ਵਿੱਚ ਮੇਰੀ ਮੈਜੋਰਿਟੀ ਬਹੁਤ ਜ਼ਿਆਦਾ ਉੱਤੇ ਚਲੀ ਗਈ ਸੀਗੀ। ਹੁਣ ਜੇ ਬੈਲਟ ਪੇਪਰਸ ਜਿਹੜੇ ਆਉਂਦੇ ਹੈ ਉਹ ਨੁਮਾਇੰਦਗੀ ਕਰਦੇ ਆ ਸਾਰੇ ਇਲਾਕੇ ਦੀ, ਤੇ ਜੇ ਉਹਦੇ ਵਿੱਚ ਮੇਰੀ ਜਿੱਤ ਸੀਗੀ ਤੇ ਫਿਰ ਇਲਾਕਿਆਂ ਦੇ ਵਿੱਚੋਂ ਕਿਉਂ ਮੇਰੀ ਵੋਟ ਘਟੀ? ਜਿਹੜੀ EVM ਮਸ਼ੀਨ ਹੈ ਇਹ BJP RSS ਤੇ ਕੱਟੜਵਾਦੀਆਂ ਦੇ ਹੱਥ ਦੇ ਵਿੱਚ ਹੈਗੀ ਹੈ, ਤੇ ਇਹਦੇ ਕਰਕੇ ਮੈਂ ਹਾਰਿਆ। ਜਦੋਂ ਸਾਰੇ ਕਹਿੰਦੇ ਸੀ ਮੇਰੀ ਜਿੱਤ ਹੈ ਤਾਂ ਜਿੱਤ ਤਾਂ ਸੀਗੀ ਜੀ, ਪਰ ਜੇ ਹੱਥ ਦੇ ਵਿੱਚ ਨਿਊਕਲੀਅਰ ਬਟਨ ਹੋਵੇ ਤਾਂ ਫਿਰ ਉਹੀ ਮੁਲਕ ਜ਼ਿਆਦਾ ਪਾਵਰਫੁਲ ਹੁੰਦਾ ਹੈ ਜਿਹਦੇ ਕੋਲੇ ਨਿਊਕਲੀਅਰ ਬਟਨ ਨਹੀਂ ਹੈ। ਇਸੇ ਤਰ੍ਹਾਂ BJP ਤੇ RSS ਦੇ ਹੱਥ ਦੇ ਵਿੱਚ EVM ਦਾ
ਪੂਰਾ ਚਿੱਪ ਹੈਗਾ ਤੇ ਇਹਨਾਂ ਦੇ ਹੱਥ ਦੇ ਵਿੱਚ ਹੈਗਾ ਜੋ ਕੁਛ ਇਹ ਇਲੈਕਸ਼ਨ ਹੁੰਦੇ ਆ। ਮਾਨ ਸਾਹਿਬ, ਸਰਕਾਰ ਕਹਿੰਦੀ ਕਿ ਅਸੀਂ ਪ੍ਰੂਵ ਕਰ ਚੁੱਕੇ ਹਾਂ ਕਿ ਇਹ ਹੈਕ ਨਹੀਂ ਹੋ ਸਕਦੀ। ਤੁਹਾਨੂੰ ਲੱਗਦਾ ਤੁਹਾਡੀ ਚੋਣ 'ਚ EVM 'ਚ ਕੋਈ ਗੜਬੜ ਹੋਈ ਜਾਂ ਮਸ਼ੀਨਸ ਰਿਪਲੇਸ ਹੋਈਆਂ ਜਾਂ ਹੈਕ ਕਰ ਲਈ ਗਈ? ਮੱਕੜ ਸਾਹਿਬ, ਤੁਹਾਨੂੰ ਬਹੁਤ ਤਜਵੀਜ਼ ਦੇ ਨਾਲ ਦਲੀਲ ਦੇ ਨਾਲ ਮੈਂ ਦੱਸਿਆ ਹੈ ਕਿ ਮੇਰੀ ਵੋਟ ਬਹੁਤ ਜ਼ਿਆਦਾ ਨਿਕਲੀ ਹੈ ਬੈਲਟ ਪੇਪਰਸ ਦੇ ਵਿੱਚ ਜੀ। ਤੇ ਸਾਰੇ ਤੁਸੀਂ ਕਹਿੰਦੇ ਹੋ ਕਿ ਜਿੰਨੇ ਵੀ ਕੋਰਸਪੋਂਡੈਂਸ ਜਰਨਲਿਸਟ ਸੀਗੇ ਉਹਨਾਂ ਨੇ ਵੀ ਜਾਇਜ਼ਾ ਲਿਆ ਸੀਗਾ ਕਿ ਮੇਰਾ ਹੱਥ ਉੱਤੇ ਚੱਲ ਰਿਹਾ ਹੈ। ਤਾਂ ਫਿਰ ਜਿਹੜੀ ਮੇਰੀ ਹਾਰ ਹੋਈ ਹੈ ਇਹ ਤਾਂ ਫਿਰ EVM ਦੇ ਰਾਹੀਂ ਹੋਈ ਹੈ, ਹੋਰ ਮੇਰੀ ਹਾਰ ਹੋ ਨਹੀਂ ਸੀ ਸਕਦੀ ਹੈ।